ਤੁਸੀਂ ਵੇਖ ਰਹੇ ਹੋ ਪੰਜ ਪਾਣੀ ਨਿਊਜ਼ ਚੈਨਲ। ਅੱਜ ਜਿਹੜਾ ਆਪਾਂ ਇੱਕ ਭਖਤ ਦੇ ਮਸਲੇ ਤੇ ਗੱਲਬਾਤ ਕਰ ਰਹੇ ਹਾਂ, ਜਿਹੜਾ ਪੰਚਾਇਤੀ ਚੋਣਾਂ ਦਾ ਭਖਤ ਦਾ ਮਸਲਾ ਹੈ ਕਿ ਕੱਲ ਜਿਹੜੀਆਂ ਪੰਚਾਇਤਾਂ ਭੰਗ ਕਰ ਦਿੱਤੀਆਂ, ਜ਼ਿਲ੍ਹਾ ਪਰਿਸ਼ਦ, ਬਲਾਕ ਸੰਮਤੀ, ਨਗਰ ਪੰਚਾਇਤਾਂ ਉਹ ਭੰਗ ਕਰ ਦਿੱਤੀਆਂ ਤੇ ਅੱਗੇ ਜਿਹੜੀਆਂ ਚੋਣਾਂ ਦਾ ਅਜੇ ਤੱਕ ਐਲਾਨ ਨਹੀਂ ਹੋਇਆ ਨਵੰਬਰ ਦੇ ਵਿੱਚ, ਜਾਂ ਜਿਹੜੀਆਂ ਪੰਚਾਇਤੀ ਚੋਣਾਂ ਉਹ ਦਸੰਬਰ ਦੇ ਵਿੱਚ ਹੋਣੀਆਂ, 31 ਦਸੰਬਰ ਤੱਕ ਹੋਣੀਆਂ। ਇਹਨਾਂ ਨਾਲ ਸੰਬੰਧਿਤ ਜਿਹੜੀਆਂ ਆਪਾਂ ਗੱਲਾਂ ਬਾਤਾਂ ਅੱਜ ਕਰ ਰਹੀਆਂ, ਕੋਈ ਜਾਣਕਾਰੀ ਪ੍ਰਾਪਤ ਕਰਨੀ ਹੈ। ਸਾਡੇ ਨਾਲ ਹੈ ਉੱਘੇ ਬੁੱਧੀਜੀਵੀ, ਜਿਨ੍ਹਾਂ ਦੇ ਲੇਖ ਹਮੇਸ਼ਾ ਨੈਸ਼ਨਲ ਤੇ ਇੰਟਰਨੈਸ਼ਨਲ ਮੈਗਜ਼ੀਨਾਂ ਦੇ ਵਿੱਚ ਛਪਦੇ ਰਹਿੰਦੇ ਆ। ਮੇਰੀ ਮੁਰਾਦ ਹੈ ਡਾਕਟਰ ਬਲਜੀਤ ਸਿੰਘ ਜੀ ਗਿੱਲ, ਪ੍ਰਿੰਸੀਪਲ CGM ਕਾਲਜ ਮੋਲਾ। ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਪੰਜ ਪਾਣੀ ਨਿਊਜ਼ ਦਾ, ਜਿਨ੍ਹਾਂ ਨੇ ਮੈਨੂੰ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਧੰਨਵਾਦ। ਪ੍ਰਿੰਸੀਪਲ ਸਾਹਿਬ, ਜਿਹੜੀਆਂ ਪੰਚਾਇਤਾਂ ਉਹ ਕੱਲ ਭੰਗ ਕਰ ਦਿੱਤੀਆਂ, ਜ਼ਿਲ੍ਹਾ ਪਰਿਸ਼ਦ, ਬਲਾਕ ਸੰਮਤੀ ਭੰਗ ਕਰ ਦਿੱਤੀਆਂ। ਇਹ ਭੰਗ ਕਰਨ ਦੀ ਲੋੜ ਕਿਉਂ ਪਈ? ਕਿਉਂਕਿ ਅਜੇ ਤੱਕ ਇਹਨਾਂ ਦਾ ਸਮਾਂ ਪਿਆ ਸੀ। ਜਿਹੜੇ ਸਰਪੰਚ ਉਹ ਕੰਮ ਕਰ ਰਹੇ ਸੀ, ਉਹਨਾਂ ਦੇ ਕੰਮ ਅੱਜ ਹੀ ਜਿਹੜੇ ਉਹ ਰੋਕੇ, ਵਿਕਾਸ ਦੇ ਕੰਮ ਜਿਹੜੇ ਕਰ ਰਹੇ ਸੀ ਰੋਕੇ ਆ। ਅਜੇ ਤੱਕ ਤਾਂ ਇਹ ਟਾਈਮ ਪਿਆ ਸੀ, ਫਿਰ ਇਹਨੂੰ ਐਡੀ ਛੇਤੀ ਜਿਹੜੀ ਭੰਗ ਕਰਨ ਦੀ ਲੋੜ ਕਿਉਂ ਪਈ? ਪੰਜਾਬ ਸਰਕਾਰ ਨੇ ਜਿਹੜਾ ਪੰਚਾਇਤੀ ਸਿਸਟਮ ਭੰਗ ਕੀਤਾ ਕੱਲ, ਉਹਦੇ ਵਿੱਚ ਜ਼ਿਲ੍ਹਾ ਪਰਿਸ਼ਦ, ਬਲਾਕ ਸੰਮਤੀਆਂ ਤੇ ਪਿੰਡ ਦੀਆਂ ਸਰਪੰਚੀ ਮੈਂਬਰੀ, ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਇਹਨਾਂ ਨੇ ਭੰਗ ਇਸ ਕਰਕੇ ਕਰ ਦਿੱਤੀਆਂ। ਹਜੇ ਉਹਨਾਂ ਦੀ ਜਿਹੜਾ ਟਰਮ ਹੈ ਉਹ ਕਿਸੇ ਦਾ ਬਲਾਕ ਸੰਮਤੀਆਂ ਦਾ 4 ਮਹੀਨੇ ਪਿਆ ਹੈ ਔਰ ਕਰੀਬ 5 ਮਹੀਨੇ ਸਰਪੰਚੀ ਦਾ ਹਜੇ ਸਮਾਂ ਰਹਿੰਦਾ ਸੀ। ਸਰਕਾਰ ਨੇ ਸੋਚਿਆ ਵੀ ਜਿਹੜੇ ਇਹ ਸਰਪੰਚ ਹੈ, ਇਹ ਬਲਾਕ ਸੰਮਤੀ ਮੈਂਬਰ ਹੈ, ਜ਼ਿਲ੍ਹਾ ਪਰਿਸ਼ਦ ਮੈਂਬਰ ਹੈ, ਇਹ ਪਿਛਲੀ ਸਰਕਾਰ ਦੇ ਬਣੇ ਹੋਏ ਹੈ, ਤੇ ਕਿਉਂ ਨਾ ਇਹਨਾਂ ਨੂੰ ਜਿਹੜਾ ਸਰਕਾਰ ਕੋਲੇ ਪਾਵਰ ਹੁੰਦੀ ਹੈ ਭੰਗ ਕਰਨ ਦੀ, ਭੰਗ ਕਰਕੇ ਪ੍ਰਬੰਧਕ ਲਾ ਕੇ ਅਸੀਂ ਆਪਦੇ ਤਰੀਕੇ ਨਾਲ ਕੰਮ ਕਰੀਏ, ਤਾਂ ਕਿ ਵੋਟ ਜਿਹੜਾ ਆਪਣਾ ਦੇਸ਼ ਹੈ ਉਹ ਵੋਟ ਤੰਤਰ ਤੇ ਹੈ, ਤਾਂ ਕਿ ਵੋਟਾਂ ਨੂੰ ਅਸੀਂ ਜਦੋਂ ਕੰਮ ਕਰਾਂਗੇ ਪ੍ਰਬੰਧਕ ਲਾ ਕੇ ਅਸੀਂ ਆਪਦੇ ਤਰੀਕੇ ਨਾਲ ਕਰਾਂਗੇ। ਨਵੇਂ ਜਿਹੜਾ ਵੋਟਰਾਂ ਨੂੰ ਜਿਹੜਾ ਗੁੰਮਰਾਹ ਕਰਕੇ ਅਸੀਂ ਜਿਹੜੀ ਹੈ ਵੋਟ ਵੱਧ ਪ੍ਰਾਪਤ ਕਰਾਂਗੇ। ਇਹ ਸਾਰਾ ਵੋਟ ਤੰਤਰ ਕਰਕੇ ਹੀ ਸਰਕਾਰ ਨੇ ਜਿਹੜਾ ਇਹ ਸਾਰਾ ਪੰਚਾਇਤੀ ਰਾਜ ਹੈ ਇਹ ਭੰਗ ਕਰ ਦਿੱਤਾ ਹੈ। ਪੰਚਾਇਤੀ ਚੋਣਾਂ ਦੇ ਵਿੱਚ ਆਮ ਵੇਖਿਆ, ਬਲਾਕ ਸੰਮਤੀ, ਜ਼ਿਲ੍ਹਾ ਪਰਿਸ਼ਦ ਪੰਚਾਇਤੀ ਚੋਣਾਂ ਦੇ ਵਿੱਚ ਪੈਸਾ ਬੜਾ ਚੱਲਦਾ ਹੈ, ਨਸ਼ਾ ਬੜਾ ਚੱਲਦਾ ਹੈ। ਇਹ ਜਿਹੜਾ ਪੈਸਾ ਚੱਲਣਾ 20-20, 25-25, 30-30 ਲੱਖ, ਕਈ ਪਿੰਡਾਂ ਦੇ ਵਿੱਚ ਇਦੋਂ ਵੀ ਜ਼ਿਆਦਾ ਲੱਗ ਜਾਂਦੇ ਆ। ਇਹ ਪੈਸਾ ਚੱਲਣਾ ਕਿੰਨਾ ਕੁ ਜਾਇਜ਼ ਹੈ ਤੇ ਇਹਦਾ ਨੁਕਸਾਨ ਕਿੰਨਾ ਹੈ? ਦੇਖੋ ਜੀ, ਜਿਹੜਾ ਪੈਸਾ ਹੈ, ਜਿਹੜਾ ਬੰਦਾ ਬਣਦਾ ਪੈਸਾ ਚੋਣਾਂ ਦੇ ਵਿੱਚ ਤੇ ਜਾਂ ਜਿਹੜਾ ਲੈਂਦਾ ਹੈ ਵੋਟਰ, ਉਹਨਾਂ ਦੋਨਾਂ ਨੂੰ ਬੇਸਿਕਲੀ ਇਹਦਾ ਨੁਕਸਾਨ ਹੈ। ਤੇ ਔਰ ਲਾਲਚੀ ਬੰਦਾ ਪੈਸਾ ਵੰਡੂਗਾ ਤੇ ਲਾਲਚੀ ਬੰਦਾ ਹੀ ਪੈਸਾ ਲਊਗਾ, ਤੇ ਜਿਹੜਾ ਬੰਦਾ ਲਾਲਚੀ ਹੋਊਗਾ ਉਹ ਕਦੇ ਦੇਸ਼ ਦਾ ਜਿਹੜਾ ਫਾਇਦਾ ਨਹੀਂ ਕਰ ਸਕਦਾ। ਕਿਉਂਕਿ ਕੋਈ ਵੀ ਜਿਹੜਾ ਸਰਪੰਚ ਹੈ ਉਹ ਜਦੋਂ ਚੋਣਾਂ 'ਚ ਪੈਸਾ ਵੰਡੂਗਾ ਤਾਂ ਜਿਹੜੀ ਉਹਦੀ ਇੱਕ ਤਾਂ ਸੋਚ ਬਣੂਗੀ ਨਾ ਕਿ ਮੈਂ ਜਿਹੜਾ ਪੈਸਾ ਹੈ ਇਹ ਮੈਂ ਪੂਰਾ ਕਰੂੰਗਾ। ਜਦੋਂ ਵਿਕਾਸ ਦੇ ਕੰਮ ਆਉਣਗੇ ਤਾਂ ਉਹਦੀ ਇੱਛਾ ਇਹ ਹੋਊਗੀ ਵੀ ਕਿਵੇਂ ਨਾ ਕਿਵੇਂ ਜਿਹੜਾ ਮੇਰਾ 25-30 ਲੱਖ 75 ਲੱਖ ਰੁਪਇਆ ਪਿੰਡ ਦੇ ਵਿੱਚ ਲੱਗਿਆ ਹੈ ਉਹ ਮੈਂ ਲੈ ਲਾਂ, ਤਾਂ ਉਹ ਫਿਰ ਪਿੰਡ ਦੇ ਵਿਕਾਸ ਦੇ ਕੰਮ ਕੀ ਕਰੂਗਾ। ਤੇ ਦੂਸਰੀ ਰਹੀ ਵੋਟਰ ਦੀ ਗੱਲ, ਜਿਹੜਾ ਵੋਟਰ ਪੈਸੇ ਲੈਂਦਾ ਹੈ ਉਹ ਤੁਸੀਂ ਦੇਖੋ ਪੈਸੇ ਉਹ ਇੱਕ ਦਿਨ 500, 1000, 2000 ਵੋਟ ਪਰ ਵੋਟ ਦਾ ਲੈ ਵੀ ਲਵੇਗਾ, ਤਾਂ ਉਹ ਇੱਕ ਦਿਨ ਪੈਸਾ ਲੈ ਲੇਗਾ ਕਿਸੇ ਵੀ ਬਲਾਕ ਸੰਮਤੀ ਮੈਂਬਰ ਤੋਂ, ਸਰਪੰਚ ਤੋਂ ਜਾਂ ਜ਼ਿਲ੍ਹਾ ਪਰਿਸ਼ਦ ਮੈਂਬਰ ਤੋਂ, ਲੇਕਿਨ ਇੱਕ ਦਿਨ ਦੇ ਪੈਸਾ ਲਊਗਾ ਤੇ 1825 ਦਿਨ 5 ਸਾਲ ਉਹਨੂੰ ਧੱਕੇ ਖਾਣੇ ਪੈਣਗੇ। ਕਿਉਂਕਿ ਜਿਹੜਾ ਵੀ ਕੋਈ ਸਰਪੰਚ ਚੁਣਿਆ ਜਾਊਗਾ, ਜਦੋਂ ਬੰਦਾ ਉਹਦੇ ਦੀਵਾਰ ਤੇ ਕੰਮ ਕਰਨ ਲਈ ਕੰਮ ਲੈਣ ਲਈ ਜਾਂਦਾ ਹੈ ਤਾਂ ਉਹ ਇਹ ਸੁਣਾ ਦਿੰਦਾ ਉਸ ਬੰਦੇ ਨੂੰ ਵੀ ਤੂੰ ਤਾਂ ਮੇਰੇ ਕੋਲੋਂ ਪੈਸੇ ਲਏ ਸੀ, ਤੇਰਾ ਮੈਂ ਕੀ ਕੰਮ ਕਰ ਦਿਆਂ। ਇਸ ਕਰਕੇ ਚੰਗੀ ਨੀਅਤ ਵਾਲੇ ਜਿਹੜੇ, ਮੈਂ ਸੋਚਦਾ ਵੀ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਹੈ ਨਾ ਪੈਸਾ ਵੰਡਣ, ਤੇ ਵੋਟਰ ਵੀ ਇੰਨਾ ਕੁ ਸਿਆਣਾ ਹੋਵੇ ਨਾ ਪੈਸਾ ਲਵੇ, ਕਿਉਂਕਿ ਵੋਟਰ ਕਦੇ ਵੀ ਬਗਾਨੇ ਪੈਸੇ ਨਾਲ ਘਰ ਨਹੀਂ ਚੱਲਦੇ ਹੁੰਦੇ। ਇਹ ਸਿਰਫ ਆਪਦੀ ਮਿਹਨਤ ਦੀ ਕਮਾਈ ਨਾਲ ਘਰ ਚੱਲਦੇ। ਇਸੇ ਕਰਕੇ ਜਿਹੜਾ ਚੋਣਾਂ 'ਚ ਪੈਸਾ ਵੰਡਿਆ ਜਾਂਦਾ ਹੈ, ਉਸੇ ਰਾਤ ਹੀ ਲੋਕ ਉਸ ਜਿਹੜਾ ਪੈਸਿਆਂ ਦੀ ਸ਼ਰਾਬ ਪੀ ਜਾਂਦੇ ਆ ਤੇ ਉਹ ਫਿਰ 5 ਸਾਲ ਜਿਹੜੇ ਦੁਖੀ ਹੋਈ ਜਾਂਦੇ। ਇਸ ਕਰਕੇ ਨਾ, ਮੇਰੇ ਹਿਸਾਬ ਨਾਲ ਇਹ ਬਿਲਕੁਲ ਗਲਤ ਗੱਲ ਹੈ ਜਿਹੜਾ ਚੋਣਾਂ ਦੇ ਵਿੱਚ, ਕਿਉਂਕਿ ਚੋਣਾਂ ਦੇ ਵਿੱਚ ਗਲਤ ਬੰਦਾ ਪੈਸੇ ਨਾਲ ਕਈ ਵਾਰੀ ਚੁਣਿਆ ਜਾਂਦਾ ਹੈ ਤੇ ਉਹ ਸਾਰੇ ਪਿੰਡ, ਜ਼ਿਲ੍ਹੇ ਦਾ ਤੇ ਦੇਸ਼ ਦਾ ਨੁਕਸਾਨ ਕਰਦਾ ਹੈ। ਪ੍ਰਿੰਸੀਪਲ ਸਾਹਿਬ, ਇਹ ਜਿਹੜੇ ਪੰਚਾਇਤੀ ਚੋਣਾਂ ਇਹਦੇ ਵਿੱਚ ਆਪਾਂ ਵੇਖਿਆ ਵੀ ਜ਼ਿਆਦਾਤਰ ਜਿਹੜੇ ਅਨਪੜ੍ਹ ਸਰਪੰਚ ਹੁੰਦੇ ਆ, ਤੇ ਅਨਪੜ੍ਹ ਹੀ, ਕਿਉਂਕਿ ਹੁਣ ਜਿਹੜੀ ਰਿਜ਼ਰਵੇਸ਼ਨ ਆ ਇਹਦੇ ਵਿੱਚ ਤਾਂ ਜ਼ਿਆਦਾਤਰ ਹੀ ਇਹ ਅਨਪੜ੍ਹ ਹੁੰਦੇ ਆ, ਤੇ ਜਿਹੜੇ ਮੈਂਬਰ ਆ ਉਹ ਵੀ ਅਨਪੜ੍ਹ ਹੀ ਹੁੰਦੇ ਆ। ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਪੜ੍ਹੇ ਲਿਖੇ ਹੁੰਦੇ ਆ। ਫਿਰ ਇਹਦੇ ਵਾਸਤੇ ਕੋਈ ਪੜ੍ਹਾਈ ਵੀ ਜ਼ਰੂਰੀ ਹੋਣੀ ਚਾਹੀਦੀ ਹੈ ਵੀ ਜਿਹੜਾ ਸਰਪੰਚ ਜਾਂ ਮੈਂਬਰ ਉਹ ਪੜ੍ਹਿਆ ਲਿਖਿਆ ਹੋਵੇ ਸਰਪੰਚ ਵਾਸਤੇ,
ਇੰਨੀ ਪੜ੍ਹਾਈ ਹੋਵੇ ਤੇ ਮੈਂਬਰ ਵਾਸਤੇ ਇੰਨੀ ਹੋਵੇ ਤੇ ਬਲਾਕ ਸੰਮਤੀ ਮੈਂਬਰ ਵਾਸਤੇ ਇੰਨੀ ਹੋਵੇ, ਇਹੋ ਜਿਹੀ ਵੀ ਹੋਣਾ ਚਾਹੀਦਾ। ਦੇਖੋ ਜੀ, ਜਿਹੜਾ ਕੋਈ ਵੀ ਸਿਸਟਮ ਨੂੰ ਚਲਾਉਣਾ ਆਪਾਂ ਦੇਸ਼ ਦੇ ਵਿੱਚ, ਉਹਦਾ ਜਿਹੜਾ ਨੁਮਾਇੰਦਾ ਹੈ ਉਹ ਘੱਟੋ ਘੱਟ ਪੜ੍ਹਿਆ ਤਾਂ ਜ਼ਰੂਰ ਹੋਣਾ ਚਾਹੀਦਾ ਹੈ। ਪਹਿਲੇ ਸਮਿਆਂ ਦੇ ਵਿੱਚ 5 7 8 ਜਮਾਤਾਂ ਨਾਲ ਸਰ ਜਾਂਦਾ ਸੀ, ਲੇਕਿਨ ਹੁਣ ਮੇਰੀ ਰਿਜੀ ਰਾਏ ਹੈ ਇਹ ਕਿ ਘੱਟੋ ਘੱਟ ਵੀ ਵੋਟਾਂ 'ਚ ਉੱਠਣ ਦਾ ਹਰ ਇੱਕ ਨੂੰ ਅਧਿਕਾਰ ਹੈ, ਚਾਹੇ ਕੋਈ ਅਨਪੜ੍ਹ ਉੱਠ ਪਏ, ਚਾਹੇ ਕੋਈ 10 ਜਮਾਤਾਂ ਵਾਲਾ ਉੱਠ ਪਏ। ਪਰ ਮੇਰੀ ਨਿੱਜੀ ਰਾਏ ਇਹ ਹੈ ਵੀ ਘੱਟੋ ਘੱਟ ਉਸ ਬੰਦੇ ਦੀ, ਜਿਹੜਾ ਕੋਈ ਸਰਪੰਚ ਉੱਠਦਾ, ਬਲਾਕ ਸੰਮਤੀ ਮੈਂਬਰ ਉੱਠਦਾ ਜਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਉੱਠਦਾ ਹੈ, ਉਹਦੀ BA ਜ਼ਰੂਰ ਕੀਤੀ ਹੋਣੀ ਚਾਹੀਦੀ ਹੈ। ਕਿਉਂਕਿ ਹੁਣ ਤਾਂ ਜਿਹੜਾ ਸਿਪਾਹੀ ਦੀ ਭਰਤੀ ਲਈ ਵੀ ਜਿਹੜੀ ਹੈ ਸਰਕਾਰ ਨੇ BA ਕਰਤੀ। ਇਹਦਾ ਨੁਕਸਾਨ ਕੀ ਹੁੰਦਾ ਬੇਸਿਕਲੀ? ਮੈਂ ਤੁਹਾਨੂੰ ਇੱਕ ਅਨਪੜ੍ਹ ਤੇ ਪੜ੍ਹੇ ਲਿਖੇ ਦੀ ਐਗਜ਼ਾਮਪਲ, ਇੱਕ ਉਦਾਹਰਨ ਦਿੰਦਾ। ਇੱਥੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਤਹਿਸੀਲ ਮਲੋਟ ਦੇ ਵਿੱਚ ਇੱਕ ਪਿੰਡ ਮਲੋਟ ਹੈ, ਉਸਦੇ 2 ਪਿੰਡ ਹੈ, ਇੱਕ ਪੁਰਾਣਾ ਪਿੰਡ ਮਲੋਟ, ਇੱਕ ਨਵਾਂ ਪਿੰਡ ਮਲੋਟ। ਪੁਰਾਣਾ ਪਿੰਡ ਮਲੋਟ ਦੀ ਜਿਹੜੀ ਔਰਤ SC ਜਿਹੜੀ ਹੈ ਉਹ ਸਰਪੰਚ ਹੈ, ਤੇ ਨਵਾਂ ਪਿੰਡ ਮਲੋਟ ਦੇ ਵਿੱਚ ਦਰਸ਼ਨ ਸਿੰਘ ਹੈ, ਉਹਦਾ ਬੇਟਾ ਦਿਲਬਾਗ ਸਿੰਘ ਹੈ, ਉਹ MA BEd ਹੈ। ਦੋਨਾਂ ਪਿੰਡਾਂ ਦੇ ਵਿੱਚ ਸੇਮ ਅਫਸਰ ਲੱਗੇ ਸੀ, ਨਰੇਗਾ ਸੈਕਟਰੀ, ਪੰਚਾਇਤ ਸੈਕਟਰੀ ਸੇਮ ਸੀ, ਲੇਕਿਨ ਜਿੱਥੇ SC ਸਰਪੰਚ ਸੀ ਸੰਦੀਪ ਕੌਰ, ਉੱਥੇ 2 ਕਰੋੜ ਰੁਪਏ ਦਾ ਪਿੰਡ ਦੇ ਵਿੱਚ ਘਪਲਾ ਹੋਇਆ ਹੈ। ਕਿਉਂਕਿ ਅਫਸਰਾਂ ਨੂੰ ਅਫਸਰ ਭੇਤ ਪਾ ਗਏ ਇਸ ਗੱਲ ਦਾ ਵੀ ਜਿਹੜੀ ਇਹ ਔਰਤ ਹੈ SC, ਇਹ ਅਨਪੜ੍ਹ ਹੈ, ਤੇ ਨਾਲ ਹੀ ਜਿਹੜੇ ਪਿੰਡ ਦੇ ਉਹਦੇ ਮਗਰ ਕੜਮ ਚੌਧਰੀ ਸੀ, ਉਹਨਾਂ ਨੇ ਵੀ ਇਸ ਗੱਲ ਦਾ ਨਜਾਇਜ਼ ਫਾਇਦਾ ਉਠਾ ਲਿਆ ਵੀ ਇਹ ਔਰਤ SC ਹੈ ਤੇ ਇਹਦੇ ਤੇ ਆਪਾਂ ਜਾਇਜ਼ ਨਜਾਇਜ਼ ਬਿੱਲ ਪਾ ਕੇ, ਹੁਣ ਜਿਹੜੀ ਇਨਕੁਆਇਰੀ ਲੱਗੀ ਹੋਈ ਹੈ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਉਸ ਪਿੰਡ ਤੇ, ਪੁਰਾਣਾ ਪਿੰਡ ਮਲੋਟ ਤੇ ਔਰ ਜਿਹੜਾ ਨਵਾਂ ਪਿੰਡ ਮਲੋਟ ਹੈ, ਉੱਥੇ MA BEd ਜਿਹੜਾ ਬੰਦੇ ਨੇ ਸਰਪੰਚੀ ਕੀਤੀ ਹੈ, ਉੱਥੇ 1 ਰੁਪਏ ਦੀ ਹੇਰਾਫੇਰੀ ਨਹੀਂ ਹੋਈ। ਜਿੱਥੇ ਅਨਪੜ੍ਹਤਾ ਸੀ ਉੱਥੇ 2 ਕਰੋੜ ਰੁਪਏ ਦੇ ਕਰੀਬ ਘਪਲਾ ਹੋਇਆ। ਇਸ ਕਰਕੇ ਮੈਂ ਕਹਿੰਦਾ ਵੀ ਘੱਟੋ ਘੱਟ ਚਾਹੇ ਕੋਈ SC ਹੈ, ਚਾਹੇ ਕੋਈ ਜਨਰਲ ਕੈਟਾਗਰੀ ਦਾ, ਚਾਹੇ BC ਕੈਟਾਗਰੀ ਦਾ ਹੈ, ਲੇਕਿਨ ਉਹ ਘੱਟੋ ਘੱਟ ਅੱਜ ਦੇ ਜ਼ਮਾਨੇ ਦੇ ਵਿੱਚ, ਕਿਉਂਕਿ ਉਹਨੂੰ ਸੰਵਿਧਾਨ ਬਾਰੇ, ਦੇਸ਼ ਦੇ ਫੰਡਾਮੈਂਟਲ ਰਾਈਟਸ ਬਾਰੇ ਉਹਨੂੰ ਨੌਲੇਜ ਹੋਣੀ ਚਾਹੀਦੀ ਹੈ, ਤਾਂ ਕਿ ਜਿਹੜਾ ਪਿੰਡੂ ਵਿਭਾਗ ਮਹਿਕਮਾ ਹੈ ਇਹ ਅਨਪੜ੍ਹ ਬੰਦੇ ਨੂੰ ਆਪਣੇ ਪਿੱਛੇ ਲਾ ਕੇ ਗੁੰਮਰਾਹ ਨਾ ਕਰੇ, ਤੇ ਉਸ ਨੂੰ ਇਸ ਗੱਲ ਦੀ ਸੋਝੀ ਹੋਵੇ ਵੀ ਕੱਲ ਨੂੰ ਜਿਹੜੀ ਹੈ ਕੇਸ ਮੇਰੇ ਤੇ ਚੱਲਣਾ, ਹੱਥਕੜੀ ਮੇਰੇ ਤੇ ਲੱਗਣੀ ਹੈ। ਇਸ ਕਰਕੇ ਘੱਟੋ ਘੱਟ ਬੰਦਾ BA ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਉਸ ਨੂੰ ਸੋਚਣ ਸਮਝਣ ਦੀ ਜਿਹੜੀ ਉਹਦੇ ਵਿੱਚ ਪਾਵਰ ਹੁੰਦੀ ਹੈ, ਉਹ ਫੈਸਲੇ ਲੈਣ ਦੇ ਸਮਰੱਥ ਹੁੰਦਾ ਹੈ। ਇੱਕ ਅਨਪੜ੍ਹ ਬੰਦੇ ਨੂੰ ਇਹਨਾਂ ਚੀਜ਼ਾਂ 'ਚ ਬੜੀ ਦਿੱਕਤ ਆਉਂਦੀ ਹੈ, ਉਹਨੂੰ ਲੋਕ ਭਰਮਾ ਲੈਂਦੇ ਆ, ਗੁੰਮਰਾਹ ਕਰ ਲੈਂਦੇ ਆ। ਇਸ ਕਰਕੇ ਘੱਟੋ ਘੱਟ ਮੇਰੀ ਨਿੱਜੀ ਰਾਏ ਹੈ ਵੀ ਬੰਦੇ ਦੀ BA ਜ਼ਰੂਰ ਕੀਤੀ ਹੋਣੀ ਚਾਹੀਦੀ ਹੈ। ਸਰਪੰਚ ਬਣ ਜਾਂਦੇ ਆ, ਪੰਚਾਇਤਾਂ ਬਣ ਜਾਂਦੀਆਂ, ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਸਾਡੇ ਅਧਿਕਾਰ ਕੀ ਹੈ, ਅਸੀਂ ਕੀ ਕਰ ਸਕਦੇ ਹਾਂ। ਪਹਿਲ ਦੇ ਆਧਾਰ ਤੇ ਕਿਹੜੇ ਕੰਮ ਹੈ ਜਿਹੜੇ ਇਹਨਾਂ ਨੂੰ, ਸਰਪੰਚਾਂ ਨੂੰ, ਮੈਂਬਰਾਂ ਨੂੰ ਕਰਨੇ ਚਾਹੀਦੇ ਆ? ਮੈਂ ਜਿੱਥੋਂ ਤੱਕ ਇਸ ਲਾਈਨ ਨਾਲ ਜੁੜਿਆ ਹੋਇਆ ਜੀ, ਪੜ੍ਹਾਈ ਵਾਲੀ ਲਾਈਨ ਦੇ ਨਾਲ, ਮੈਂ ਸਭ ਤੋਂ ਪਹਿਲਾਂ ਇਹੀ ਕਹੂੰਗਾ ਵੀ ਜਿਹੜਾ ਸਕੂਲਾਂ ਦਾ ਸੁਧਾਰ ਹੈ, ਜਿਹੜਾ ਸਿੱਖਿਆ ਦਾ ਸੁਧਾਰ ਹੈ, ਉਹ ਆਪਦੇ ਪਿੰਡ ਦੇ ਵਿੱਚ ਕਰਨਾ ਚਾਹੀਦਾ ਹੈ। ਪੰਚਾਇਤ ਨੂੰ ਸਿੱਧੀ ਦਖਲਅੰਦਾਜ਼ੀ ਸਕੂਲਾਂ ਦੇ ਵਿੱਚ ਜਾ ਕੇ ਨਹੀਂ ਕਰਨੀ ਚਾਹੀਦੀ, ਕਿਉਂਕਿ ਪੰਚਾਇਤਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਸਕੂਲ ਕਿਸ ਤਰ੍ਹਾਂ ਚੱਲਦੇ ਆ। ਲੇਕਿਨ ਪੰਚਾਇਤ ਨੂੰ ਇੰਨਾ ਤਾਂ ਜ਼ਰੂਰ ਪੰਚਾਇਤ ਨੇ ਦੇਖਣਾ ਹੈ ਵੀ ਜਿਹੜੇ ਸਾਡੇ ਰਿਜ਼ਲਟ ਠੀਕ ਆ ਰਹੇ ਆ ਬੱਚਿਆਂ ਦੇ, ਔਰ ਜਿਹੜੇ ਟੀਚਰ ਆ ਉਹ ਇਨ ਟਾਈਮ ਆ ਰਹੇ ਆ। ਕੋਈ ਟੀਚਰ ਇਸ ਤਰ੍ਹਾਂ ਤਾਂ ਨਹੀਂ ਜਿਹੜਾ ਪੜਾਉਂਦਾ ਨਹੀਂ ਬੱਚਿਆਂ ਨੂੰ। ਇਸ ਤਰ੍ਹਾਂ ਦੀਆਂ ਜਿਹੜੀਆਂ ਸਿੱਖਿਆ ਤੇ ਸਿਹਤ, ਦੂਜਾ ਆ ਗਿਆ ਜੀ ਸਿਹਤ ਨਾਲ ਸੰਬੰਧਿਤ। ਅੱਜ ਕੱਲ ਪਿੰਡਾਂ ਦੇ ਵਿੱਚ ਨਸ਼ੇ ਦਾ ਬਹੁਤ ਪ੍ਰਕੋਪ ਹੈ, ਤਾਂ ਜਿਹੜੀ ਪੰਚਾਇਤ ਦੀ ਇਹ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਸਿਹਤ ਸਿੱਖਿਆ ਤਾਂ ਚਲੋ ਹੈ ਹੀ ਸੀ, ਅੱਜ ਮੈਂ ਤੀਜਾ ਵੀ ਨਾਲ ਇਹ ਕਹੂੰਗਾ ਵੀ ਜਿਹੜਾ ਨਸ਼ਾ ਬਹੁਤ ਘਰਾਂ ਦੇ ਵਿੱਚ ਜਿਹੜਾ ਹੋ ਚੁੱਕਿਆ ਹੈ, ਇਸ ਤੇ ਵੀ ਪੰਚਾਇਤ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਇਸ ਨੂੰ ਰੋਕਿਆ ਜਾਵੇ। ਕਿਉਂਕਿ ਪੰਚਾਇਤ ਅਗਰ ਚੰਗਾ ਕੰਮ ਕਰਦੀ ਹੈ ਤਾਂ ਫਿਰ ਤਾਂ ਉਸ ਦੇ ਨਾਲ ਸਾਰਾ ਪਿੰਡ ਚੱਲ ਪੈਂਦਾ ਹੈ। ਜਦੋਂ ਨਸ਼ਾ, ਸਿਹਤ, ਸਿੱਖਿਆ ਪੰਚਾਇਤ ਦੇਊਗੀ ਤਾਂ ਸਾਰਾ ਪਿੰਡ ਉਸ ਦੀ ਹਮਾਇਤ ਕਰੂਗਾ। ਪਰ ਅੱਜ ਕੱਲ ਪੰਚਾਇਤਾਂ ਉਸ ਕੰਮ ਨੂੰ ਛੱਡ ਕੇ ਪਾਰਟੀਬਾਜ਼ੀ ਦੇ ਮਸਲਿਆਂ 'ਚ ਪੈ ਕੇ ਜਿਹੜੇ ਅਸਲ ਮੂਲ ਕਾਰਨ ਹੈ, ਜਿਹੜੇ ਮੂਲ ਮੁੱਦੇ ਆ ਆਪਣੇ ਸਿਹਤ, ਸਿੱਖਿਆ ਤੇ ਨਸ਼ੇ ਨੂੰ ਰੋਕਣ ਦੇ, ਉਹ ਪੰਚਾਇਤਾਂ ਕਿਤੇ ਨਾ ਕਿਤੇ ਨਾਦਾਰਦ ਪਿਛਲੇ ਸਮੇਂ ਦੇ ਵਿੱਚ ਮੈਂ ਕਹਿਣਾ ਹੋਈਆਂ। ਉਹਨਾਂ ਨੇ ਇਹਨਾਂ ਦੇ ਪ੍ਰਤੀ ਕੋਈ ਕੰਮ ਨਹੀਂ ਕੀਤਾ। ਛੱਪੜਾਂ ਦੀ ਸਫਾਈ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਸਾਰਾ ਸੀਵਰੇਜ ਦਾ ਪਾਣੀ ਜਿਹੜਾ ਉਹ ਛੱਪੜਾਂ ਦੇ ਵਿੱਚ ਆ ਕੇ ਪੈ ਜਾਂਦਾ ਤੇ ਉੱਥੋਂ ਮੁਸ਼ਕ ਮਾਰਦੇ, ਸਫਾਈ ਨਹੀਂ ਹੁੰਦੀ। ਬਿਲਕੁਲ ਜੀ, ਜਿਹੜਾ ਪਸ਼ੂ ਧਨ ਹੈ ਉਹ ਜਿਹੜਾ ਛੱਪੜਾਂ ਦੀ ਸਫਾਈ ਹੋਣੀ ਚਾਹੀਦੀ ਹੈ। ਔਰ ਅੱਜ ਜਿਹੜਾ ਬਹੁਤੇ ਪਿੰਡਾਂ ਦੇ ਜਿਹੜੇ ਛੱਪੜ ਹੈ ਉਹਨਾਂ ਦੇ ਵਿੱਚ ਜਿਹੜਾ ਸੀਵਰੇਜ ਦਾ ਪਾਣੀ ਹੈ, ਨਾਲੀਆਂ ਦਾ ਪਾਣੀ ਹੈ, ਕੇਲੀ ਬਹੁਤ ਜ਼ਿਆਦਾ ਗੰਦ ਹੋਇਆ ਪਿਆ ਹੈ। ਉਹ ਹਾਲਾਂਕਿ ਸਰਕਾਰ ਸਮੇਂ-ਸਮੇਂ ਤੇ ਇਹਦਾ ਪੈਸਾ ਬਹੁਤ ਭੇਜਦੀ ਹੈ, ਪਰ ਉਹ ਪੈਸਾ ਜਿਹੜੇ ਪਿੰਡੂ ਵਿਭਾਗ ਦੇ ਅਧਿਕਾਰੀ ਹੈ ਤੇ ਨਾਲ ਉਹਨਾਂ ਦੇ ਸਰਪੰਚ ਰਲ ਜਾਂਦੇ ਆ, ਉਹ ਪਿੰਡ ਵਾਲੇ ਲੋਕਾਂ ਨੂੰ ਇਹ ਪਤਾ ਨਹੀਂ ਲੱਗਣ ਦਿੰਦੇ ਵੀ ਇਹ ਪੈਸਾ ਆਇਆ ਸੀ ਜਾਂ ਨਹੀਂ ਆਇਆ ਸੀ। ਛੱਪੜਾਂ 'ਚ ਉਨਾ ਹੀ ਜਿਹੜਾ ਗੰਦ ਹੈ, ਇਸ ਕਰਕੇ ਜਿਹੜੀਆਂ ਚੁਕੰਨੀਆਂ ਪੰਚਾਇਤਾਂ
ਉਹਨਾਂ ਨੂੰ ਜਿਹੜਾ ਛੱਪੜ ਦਾ ਜਿਹੜਾ ਸਾਫ਼ ਸੁਥਰਾ ਵਾਤਾਵਰਣ ਰੱਖ ਕੇ ਪਸ਼ੂ ਧਨ ਦੀ ਵੀ ਇਹਦੇ ਨਾਲ ਜਿਹੜੀ ਹੈ ਆਪਾਂ ਨੂੰ ਲੋੜ ਪੈਂਦੀ, ਕਿਉਂਕਿ ਪਸ਼ੂ ਵੀ ਆਪਣੇ ਨਾਲ ਜੁੜਿਆ ਹੋਇਆ। ਜੇ ਆਪਣੀ ਸਿਹਤ ਦੇ ਵਿੱਚ ਪਸ਼ੂ ਬਹੁਤ ਵੱਡਾ ਰੋਲ ਅਦਾ ਕਰਦਾ ਹੈ, ਕਿਉਂਕਿ ਆਪਾਂ ਉਹਨਾਂ ਦਾ ਦੁੱਧ ਪੀਂਦੇ ਹਾਂ, ਅਗਰ ਉਹਨਾਂ ਨੂੰ ਸਾਫ਼ ਸੁਥਰੀ ਖੁਰਾਕ ਨਹੀਂ ਮਿਲਦੀ ਤਾਂ ਫਿਰ ਆਪਣੀ ਸਿਹਤ ਤੇ ਵੀ ਉਸ ਦਾ ਬੁਰਾ ਅਸਰ ਪੈਂਦਾ ਹੈ। ਤੇ ਛੱਪੜਾਂ ਦੀ ਵੀ ਸਫਾਈ ਪੰਚਾਇਤਾਂ ਨੂੰ ਕਰਨੀ ਚਾਹੀਦੀ ਹੈ। ਪ੍ਰਿੰਸੀਪਲ ਸਾਹਿਬ, ਐਸਸੀ ਜਿਹੜੇ ਰਿਜ਼ਰਵ ਪਿੰਡ ਹੋ ਜਾਂਦੇ ਆ, ਮਤਲਬ ਐਸਸੀ ਉੱਥੋਂ ਖੜੇ ਹੁੰਦੇ ਆ, ਬਲਾਕ ਸੰਮਤੀ ਮੈਂਬਰ ਵੀ ਆ, ਜ਼ਿਲ੍ਹਾ ਪਰਿਸ਼ਦ ਜਾਂ ਸਰਪੰਚ ਵੀ ਖੜੇ ਹੁੰਦੇ ਆ, ਮੈਂਬਰ ਖੜੇ ਹੁੰਦੇ ਆ, ਉੱਥੇ ਆਮ ਵੇਖਣ ਦੇ ਵਿੱਚ ਇਹ ਹੈ ਕਿ ਉਹਦੇ ਪਿੱਛੇ ਕੋਈ ਹੋਰ ਤਾਕਤ ਹੁੰਦੀ ਹੈ। ਜਿਹੜੇ ਘੜਮ ਚੌਧਰੀ ਆਪਾਂ ਕਹਿ ਦਿੰਦੇ ਆ ਵੀ ਪੈਸੇ ਵੀ ਲਾਉਂਦੇ ਆ ਤੇ ਬਾਅਦ ਦੇ ਵਿੱਚ ਉਹਨੂੰ ਰਿਮੋਟ ਨਾਲ ਚਲਾਉਂਦੇ ਵੀ ਹੈ, ਵੀ ਇਹ ਸਾਰਾ ਕੁਝ ਜਾਇਜ਼ ਹੈ ਕਿ ਐਸਸੀ ਸਰਪੰਚ ਨੂੰ ਪੜ੍ਹੇ ਲਿਖੇ ਹੋਣ ਕਰਕੇ ਸਾਰੇ ਅਧਿਕਾਰ ਆਪ ਉਹਨਾਂ ਨੂੰ ਪਤਾ ਨਹੀਂ ਹੋਣਾ ਚਾਹੀਦਾ ਮੇਰੇ ਅਧਿਕਾਰ ਕੀ ਹੈ ਤੇ ਮੈਂ ਇਹ ਮਤਲਬ ਇਹਨਾਂ ਦੇ ਥੱਲੇ ਨਾ ਲਾ ਕੇ ਕੰਮ ਕਰਾਂ? ਦੇਖੋ ਜੀ, ਜਿੱਥੋਂ ਤੱਕ ਤੁਸੀਂ ਐਸਸੀ ਦੀ ਗੱਲ ਕੀਤੀ ਹੈ, ਇਹ ਜਰਨਲ ਵਰਗ ਦੇ ਵਿੱਚ ਵੀ ਦੇਖਣ ਵਿੱਚ ਆਇਆ ਹੈ। ਜਿੱਥੇ ਜਰਨਲ ਵਰਗ ਦੇ ਕੋਈ ਵੀ ਸਰਪੰਚ ਹੈ, ਕਈ ਵਾਰ ਉਹ ਵੀ ਅਨਪੜ੍ਹ ਹੁੰਦਾ ਤੇ ਉਸ ਨੂੰ ਦੂਜੇ ਬੰਦੇ ਚਲਾਉਂਦੇ ਆ। ਤੇ ਜਿੱਥੇ ਗੱਲ ਐਸਸੀ ਦੀ ਆ ਜਾਂਦੀ ਹੈ, ਐਸਸੀ ਵਰਗ ਦੇ ਵਿੱਚ ਜਿਹੜੀ ਪੜ੍ਹਾਈ ਹਜੇ ਆਪਣੇ ਦੇਸ਼ ਦੇ ਵਿੱਚ ਬਹੁਤ ਘੱਟ ਪਾਈ ਜਾਂਦੀ ਹੈ, ਤੇ ਨਾਲ ਦੂਸਰਾ ਉਹਦਾ ਜਿਹੜਾ ਖਰਚਾ ਪਾਣੀ ਹੈ, ਅਫਸਰਾਂ ਦਾ ਆਉਣਾ ਜਾਣਾ, ਲੋਕਾਂ ਨੂੰ ਚਾਹ ਪਾਣੀ ਪਿਆਉਣਾ, ਉਹ ਇੱਕ ਐਸਸੀ ਸਰਪੰਚ ਲਈ ਸੰਭਵ ਨਹੀਂ। ਇਸ ਕਰਕੇ ਜਿਹੜਾ ਉਹ ਐਸਸੀ ਸਰਪੰਚ ਹੈ, ਉਹ ਫਿਰ ਪਿੰਡ ਦੇ ਘੜਮ ਚੌਧਰੀਆਂ ਦੀ ਸ਼ਰਮ ਖਾ ਜਾਂਦਾ ਹੈ ਤਾਂ ਉਹ ਫਿਰ ਬੋਲਦਾ ਨਹੀਂ। ਪਰ ਐਸਸੀ ਸਰਪੰਚ ਨੂੰ ਇੰਨਾ ਜ਼ਰੂਰ ਗਿਆਨ ਹੋਣਾ ਚਾਹੀਦਾ ਹੈ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਕੀ ਹੋ ਰਿਹਾ ਹੈ, ਕਿੱਥੋਂ ਕੀ ਰੇਟ ਚੀਜ਼ ਲਈ ਜਾ ਰਹੀ ਹੈ, ਕੀ ਰੇਟ ਮਤਲਬ ਕਿ ਪਿੰਡ ਦੇ ਵਿੱਚ ਕੀ ਚੱਲ ਰਿਹਾ ਹੈ, ਇਹ ਜ਼ਰੂਰ ਹੋਣਾ ਚਾਹੀਦਾ। ਔਰ ਘੱਟੋ ਘੱਟ ਜਿਹੜਾ ਉਹੀ ਮੈਂ ਪਹਿਲਾਂ ਪੜ੍ਹਾਈ ਵਾਲੀ ਗੱਲ ਕੀਤੀ ਵੀ ਜਦੋਂ ਤੱਕ ਉਹ ਜਾਗਰੂਕ ਨਹੀਂ ਹੋਏਗਾ ਐਸਸੀ ਸਰਪੰਚ, ਉਹਨਾਂ ਚਿਰ ਉਹ ਜਿਹੜਾ ਇਹ ਘੜਮ ਚੌਧਰੀਆਂ ਦੇ ਜਿਹੜੇ ਆ ਉਹਨੂੰ ਨਫੇ ਨੁਕਸਾਨ ਚੱਲਣੇ ਪੈਣਗੇ, ਕਿਉਂਕਿ ਜਿਹੜੇ ਗਲਤ ਕੰਮ ਘੜਮ ਚੌਧਰੀ ਕਰ ਜਾਂਦੇ ਆ। ਤੇ ਮੈਂ ਬਹੁਤੀਆਂ ਅਦਾਲਤਾਂ ਦੇ ਵਿੱਚ ਅਕਸਰ ਦੇਖਦਾ, ਅਖਬਾਰਾਂ ਦੇ ਵਿੱਚ ਵੀ ਲੇਖ ਲਿਖੀਦੇ ਆ, ਔਰ ਉੱਥੇ ਜਿਹੜਾ ਬਾਅਦ ਦੇ ਵਿੱਚ ਹਰਜਾਨਾ ਉਹ ਐਸੀ ਲੋਕਾਂ ਨੂੰ, ਜਿਹੜੇ ਗਰੀਬ ਸਰਪੰਚ ਆ, ਉਹਨਾਂ ਨੂੰ ਭੁਗਤਣਾ ਪੈਂਦਾ ਹੈ। ਤੇ ਖਾਣ ਪੀਣ ਨੂੰ ਕਹਿੰਦੇ ਬਾਂਦਰੀ ਤੇ ਰੱਛੇ ਟੰਬੇ ਖਾਣ ਨੂੰ ਰਿਸ਼, ਉਹ ਗੱਲ ਹੋ ਜਾਂਦੀ ਹੈ। ਬਾਅਦ ਦੇ ਵਿੱਚ ਜਿਹੜਾ ਐਸਸੀ ਸਰਪੰਚ ਹੈ ਉਹ ਅਦਾਲਤਾਂ ਦੇ ਵਿੱਚ ਸਜ਼ਾ ਭੁਗਤਦਾ ਹੈ, ਜਦੋਂ ਕਿ ਇਹ ਨਹੀਂ ਹੋਣਾ ਚਾਹੀਦਾ। ਔਰ ਐਸਸੀ ਸਰਪੰਚ ਬੇਸ਼ੱਕ ਬਣਨ, ਲੇਕਿਨ ਉਹਨਾਂ ਦੀ ਜਿਹੜੀ ਆਪ ਨਹੀਂ ਉਹ ਪੜ੍ਹੇ ਲਿਖੇ, ਉਹਨਾਂ ਦੀ ਔਲਾਦ ਜ਼ਰੂਰ ਪੜ੍ਹੀ ਹੋਣੀ ਚਾਹੀਦੀ, ਜਾਂ ਖੁਦ ਹੀ ਐਸਸੀ ਸਰਪੰਚ ਪੜ੍ਹਿਆ ਲਿਖਿਆ ਹੋਵੇ, ਉਹਦੇ ਨਾਲ ਇਹਨਾਂ ਜਿਹੜਾ ਝਗੜਿਆਂ ਤੋਂ ਬਚਿਆ ਜਾ ਸਕਦਾ ਹੈ। ਪ੍ਰਿੰਸੀਪਲ ਸਾਹਿਬ, ਵੈਸੇ ਤਾਂ ਇਹ ਜਿਹੜੀਆਂ ਚੋਣਾਂ ਹੁੰਦੀਆਂ ਇਹ ਸਰਕਾਰ ਦੇ ਨਾਲ ਹੀ ਚੱਲਦੀਆਂ, ਕਿਉਂਕਿ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਜੇ ਸਰਕਾਰ ਦੇ ਨਾਲ ਨਾ ਅਸੀਂ ਚੱਲੇ, ਅਸੀਂ ਵਿਰੋਧੀ ਪਾਰਟੀ 'ਚ ਚੱਲੇ ਤਾਂ ਸਾਡੀਆਂ ਜਿਹੜੀਆਂ ਗ੍ਰਾਂਟਾਂ ਰੁਕ ਜਾਣੀਆਂ, ਸਾਡੇ ਕੰਮ ਨਹੀਂ ਹੋਣੇ। ਇਸ ਕਰਕੇ ਕੁਝ ਸਰਕਾਰਾਂ ਜਿਹੜੀਆਂ ਉਹ ਧੱਕੇ ਵੀ ਕਰਦੀਆਂ, ਬੜਾ ਕੁਝ ਹੁੰਦਾ ਇਹਦੇ 'ਚ, ਤੇ ਮਤਲਬ ਸਰਕਾਰਾਂ ਦੇ ਨਾਲ ਹੀ ਚੱਲਦੀਆਂ ਹੁੰਦੀਆਂ ਇਹ। ਤੇ ਫਿਰ ਕਿਉਂ ਨਾ ਜਿਵੇਂ ਦੂਜੇ ਬੋਰਡ ਕਾਰਪੋਰੇਸ਼ਨਾਂ ਦੀਆਂ ਨਿਯੁਕਤੀਆਂ ਹੁੰਦੀਆਂ ਤੇ ਫਿਰ ਨਿਯੁਕਤੀਆਂ ਕਰਦਿਆ ਕਰਨ, ਕਿਉਂ ਇੰਨਾ ਇਹ ਪੈਸਾ ਖਰਚ ਕਰਦੇ ਆ, ਨਾਲੇ ਚੋਣਾਂ ਕਰਾਉਂਦੇ ਆ, ਨਾਲੇ ਲੜਾਈ ਝਗੜੇ ਵੱਧਦੇ ਆ, ਤੇ ਫਿਰ ਨਿਯੁਕਤੀਆਂ ਕਰਦਿਆ ਕਰਨ, ਜੋ ਚੱਲਣਾ ਤਾਂ ਸਰਕਾਰ ਦੇ ਨਾਲ ਹੀ ਹੈ। ਨਹੀਂ, ਇਹ ਨਾ ਅਸਲ ਦੇ ਵਿੱਚ ਲੋਕਤੰਤਰ ਦੀ ਜਿਹੜੀ ਪਹਿਲੀ ਪੌੜੀ ਹੈ ਪੰਚਾਇਤੀ ਰਾਜ ਸਿਸਟਮ ਹੈ ਜਿਹੜਾ, ਅਗਰ ਆਪਾਂ ਸਰਕਾਰ ਨਿਯੁਕਤੀ ਕਿਸੇ ਗਲਤ ਬੰਦੇ ਦੀ ਵੀ ਕਰ ਸਕਦੀ ਹੈ, ਨੋਮੀਨੇਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਕਿਸੇ ਗਲਤ ਬੰਦੇ ਦੀ ਵੀ ਹੋ ਸਕਦੀ ਹੈ। ਜਦੋਂ ਵੋਟ ਰਾਜ ਰਾਹੀਂ ਕੋਈ ਬੰਦਾ ਚੁਣਿਆ ਜਾਂਦਾ ਹੈ ਤਾਂ ਉਹਦੇ ਨਾਲ ਇਹ ਹੈ ਵੀ ਇੱਕ ਪਿੰਡ ਨੇ ਆਪਦੀ ਮਰਜ਼ੀ ਨਾਲ ਚੁਣਿਆ ਹੁੰਦਾ। ਜਦੋਂ ਤੁਸੀਂ ਨੋਮੀਨੇਸ਼ਨ ਕਰੋਗੇ, ਹਾਲਾਂਕਿ ਜਿਹੜੀ ਸਿਲੈਕਸ਼ਨ ਹੁੰਦੀ ਹੈ ਉਹ ਹੁੰਦੀ ਠੀਕ ਹੈ, ਗੁਰੂ ਗੋਬਿੰਦ ਸਿੰਘ ਨੇ ਕਦੇ ਵੋਟਾਂ ਨਹੀਂ ਪਾਈਆਂ ਸੀ ਆਪਦੇ ਸਿੰਘਾਂ ਨੂੰ ਜਦੋਂ ਪਾਵਰ ਦਿੰਦਾ ਸੀ, ਲੇਕਿਨ ਇਹ ਹੈ ਵੀ ਉਹਨਾਂ ਦੀ ਸਿਲੈਕਸ਼ਨ ਠੀਕ ਹੁੰਦੀ ਸੀ। ਹੁਣ ਸਰਕਾਰਾਂ ਦੀ ਜੇ ਸਿਲੈਕਸ਼ਨ ਠੀਕ ਹੋਵੇ, ਨਿਯੁਕਤੀਆਂ ਠੀਕ ਹੋਣ, ਫਿਰ ਤਾਂ ਉਹ ਚਲੋ ਨੋਮੀਨੇਟ ਹੋ ਸਕਦਾ ਹੈ। ਪਰ ਕਈ ਵਾਰ ਕੀ ਹੁੰਦਾ ਹੈ ਵੀ ਸਰਕਾਰਾਂ ਦਾ ਬੰਦਾ ਉਹਦਾ ਕਾਬਲ ਨਹੀਂ ਹੁੰਦਾ, ਫਿਰ ਉਸ ਨੂੰ ਜਦੋਂ ਇਸ ਅਹੁਦੇ ਤੇ ਬਿਠਾ ਦਿੱਤਾ ਜਾਂਦਾ, ਫਿਰ ਥੱਲੇ ਲੋਕਤੰਤਰ ਦੀ ਜਿਹੜੀ ਪ੍ਰਕਿਰਿਆ ਉਹ ਸਾਰੀ ਖਤਮ ਹੋ ਜਾਂਦੀ ਹੈ। ਇਸ ਕਰਕੇ ਵੋਟ ਤੰਤਰ ਦੇ ਵਿੱਚ ਜਿਹੜਾ ਲੋਕਤੰਤਰ ਤਾਂ ਹੀ ਮਜ਼ਬੂਤ ਹੋਊਗਾ ਵੀ ਇੱਕ ਚੰਗੇ ਬੰਦੇ ਨੂੰ ਅੱਗੇ ਆਉਣ ਦਾ ਮੌਕਾ ਮਿਲੂਗਾ। ਇਸ ਕਰਕੇ ਜਿਹੜੀ ਡਾਇਰੈਕਟ ਨਿਯੁਕਤੀ ਹੈ ਉਹ ਮੈਂ ਨਹੀਂ ਸਮਝਦਾ ਵੀ ਲਾਹੇਵੰਦ ਹੋਊਗੀ, ਕਿਉਂਕਿ ਹਮੇਸ਼ਾ ਸਰਕਾਰਾਂ ਫਿਰ ਹੋ ਸਕਦਾ ਹੈ ਗੁਰੂ ਗੋਬਿੰਦ ਸਿੰਘ ਦੀ ਤਰ੍ਹਾਂ ਸਿਲੈਕਸ਼ਨ ਨਾ ਕਰਨ, ਤਾਂ ਇਸ ਕਰਕੇ ਵੋਟ ਤੰਤਰ ਨਾਲ ਫਿਰ ਉਹ ਲੋਕਤੰਤਰ ਪ੍ਰਣਾਲੀ ਖਤਮ ਹੁੰਦੀ ਹੈ। ਵੋਟ ਤੰਤਰ ਰਾਹੀਂ ਹੀ ਇਹ ਸਰਪੰਚ ਚੁਣਿਆ ਜਾਣਾ ਚਾਹੀਦਾ ਹੈ। ਪ੍ਰਿੰਸੀਪਲ ਸਾਹਿਬ, ਤੁਸੀਂ ਸਾਡੇ ਚੈਨਲ ਤੇ ਆਏ, ਸਾਰੇ ਸਵਾਲਾਂ ਦੇ ਜਵਾਬ ਜਿਹੜੇ ਬੇਬਾਕ ਢੰਗ ਨਾਲ ਤੁਸੀਂ ਦਿੱਤੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ ਨਿਊਜ਼ ਚੈਨਲ ਦਾ, ਜਿਨ੍ਹਾਂ ਨੇ ਮੈਨੂੰ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਪੰਜ ਪਾਣੀ ਨਿਊਜ਼ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ।